ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਵੈਲਕਮ ਹੈ ਜੀ ਸਟੂਡੈਂਟ ਸਾਰਿਆਂ ਦਾ। ਸੋ ਅੱਜ ਇੱਕ ਬੜੇ ਇੰਪੋਰਟੈਂਟ ਟੌਪਿਕ ਤੇ ਗੱਲ ਕਰਾਂਗੇ। ਕੈਨੇਡਾ ਐਡਮਿਸ਼ਨ ਤੋਂ ਪਹਿਲਾਂ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਕਿ ਗਵਰਨਮੈਂਟ ਕਾਲਜ ਜਾਂ ਇੰਸਟੀਟਿਊਟਸ ਦੇ ਵਿੱਚ ਐਡਮਿਸ਼ਨ ਲਿੱਤੀ ਜਾਵੇ ਜਾਂ ਪ੍ਰਾਈਵੇਟ ਦੇ ਵਿੱਚ। ਸੋ ਅੱਜ ਦੇ ਸਾਡੇ ਐਕਸਪਰਟਸ ਨਾਲ ਗੱਲ ਕਰਾਂਗੇ ਕਿ ਗਵਰਨਮੈਂਟ ਜੇ ਅਦਾਰਿਆਂ 'ਚ ਐਡਮਿਸ਼ਨ ਲਿੱਤੀ ਜਾਂਦੀ ਹੈ ਤਾਂ ਕੀ ਐਡੀਸ਼ਨਲ ਬੈਨੀਫਿਟਸ ਨੇ, ਕਿ ਵੀਜ਼ਾ ਮਿਲਣ 'ਚ ਵੀ ਗਵਰਨਮੈਂਟ ਜੇ ਇੰਸਟੀਟਿਊਸ਼ਨ ਦੇ ਵਿੱਚ ਐਡਮਿਸ਼ਨ ਲਿੱਤੀ ਜਾਂਦੀ ਹੈ ਤਾਂ ਪ੍ਰੋਬੇਬਿਲਿਟੀ ਥੋੜੀ ਜਿਹੀ ਵੱਧਦੀ ਹੈ। ਦੂਸਰਾ, ਫੀਸ ਦੀ ਵੀ ਚਰਚਾ ਕਰਾਂਗੇ ਕਿ ਗਵਰਨਮੈਂਟ ਇੰਸਟੀਟਿਊਸ਼ਨਸ 'ਚ ਕੀ ਫੀਸ ਦਾ ਸਟਰਕਚਰ ਥੋੜਾ ਜਿਹਾ ਜ਼ਿਆਦਾ ਹੁੰਦਾ। ਤੀਸਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੈਨੇਡਾ 'ਚ ਫਰਕ ਪੈਂਦਾ ਹੈ ਜੇ ਤੁਸੀਂ ਗਵਰਨਮੈਂਟ ਜਾਂ ਪ੍ਰਾਈਵੇਟ 'ਚ ਪੜ੍ਹਾਈ ਕੀਤੀ ਹੈ, ਬਾਅਦ 'ਚ ਸੈਟਲਮੈਂਟ ਜਾਂ ਜੌਬ ਦੇ ਸਟਰਕਚਰ ਦੇ ਵਿੱਚ ਕਿਸੇ ਤਰੀਕੇ ਦਾ। ਸੋ ਸ਼ੋਅ ਨੂੰ ਐਂਡ ਤੱਕ ਜ਼ਰੂਰ ਦੇਖੋ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਤੋਂ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਇਹ ਸਵਾਲ ਤੁਹਾਨੂੰ ਕਈ ਵਾਰ ਸਟੂਡੈਂਟਸ ਪੁੱਛਦੇ ਹੋਣੇ ਆ, ਕਮੈਂਟਸ ਦੇ ਵਿੱਚ ਵੀ ਬਹੁਤ ਵਾਰੀ ਇਹ ਸਵਾਲ ਆਉਂਦਾ ਕਿ ਗਵਰਨਮੈਂਟ ਤੇ ਪ੍ਰਾਈਵੇਟ ਇੰਸਟੀਟਿਊਸ਼ਨਸ ਚੂਜ਼ ਕਰਨ ਵੇਲੇ ਕਿਹੜੀਆਂ ਗੱਲਾਂ, ਕਿਹੜਾ ਕ੍ਰਾਈਟੇਰੀਆ ਰੱਖ ਕੇ ਸਿਲੈਕਸ਼ਨ ਕੀਤੀ ਜਾਵੇ। ਬਿਲਕੁਲ ਦੀਪਕ ਜੀ, ਕੈਨੇਡਾ ਨੂੰ ਲੈ ਕੇ ਬਹੁਤ ਵੱਡੀ ਸਟੂਡੈਂਟਸ ਔਰ ਪੇਰੈਂਟਸ ਦੇ ਮਾਈਂਡ ਦੇ ਵਿੱਚ ਇੱਕ ਕਨਫਿਊਜ਼ਨ ਰਹਿੰਦੀ ਹੈ। ਸਟੂਡੈਂਟ ਦੇ ਮਾਈਂਡ ਦੇ ਵਿੱਚ ਕਨਫਿਊਜ਼ਨ ਇਸ ਕਰਕੇ ਰਹਿੰਦੀ ਹੈ ਕਿਉਂਕਿ ਉਹ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੁੰਦੀ ਹੈ ਕਿ ਪ੍ਰੋਗਰਾਮ ਸਾਨੂੰ ਸਿੰਪਲ ਟੂ ਸਿੰਪਲ ਮਿਲੇ, ਜਿਹਦੇ 'ਚ ਪੜ੍ਹਨਾ ਨਾ ਪਵੇ। ਪੇਰੈਂਟਸ ਦੀ ਕਨਫਿਊਜ਼ਨ ਇੱਥੇ ਰਹਿੰਦੀ ਹੈ ਫੀਸ ਸਟਰਕਚਰ ਨੂੰ ਲੈ ਕੇ, ਔਰ ਅੱਜ ਦੇ ਜਿਹੜੇ ਸਵਾਲ ਵੀ ਹੈ ਤੁਹਾਡੇ ਉਹ ਵੀ ਇਹਨਾਂ ਪੁਆਇੰਟਸ ਦੇ ਨਾਲ ਹੀ ਕਨੈਕਟਡ ਨੇ। ਫੀਸ ਦਾ ਕਿੰਨਾ ਡਿਫਰੈਂਸ ਹੈ, ਕੈਨੇਡਾ ਦੇ ਵਿੱਚ ਫਿਊਚਰ ਪ੍ਰੋਸਪੈਕਟਸ ਕੀ ਨੇ, ਸਟੂਡੈਂਟ ਕਿਉਂ ਪ੍ਰਾਈਵੇਟ 'ਚ ਜਾਂਦਾ ਹੈ ਤੇ ਕਾਲਜ ਗਵਰਨਮੈਂਟ 'ਚ ਕਿਉਂ ਨਹੀਂ ਜਾਂਦਾ। ਸੋ ਫਸਟ ਆਫ ਆਲ ਅਗਰ ਮੈਂ ਵੀਜ਼ਾ ਦੀ ਗੱਲ ਕਰਾਂ ਤਾਂ ਇਹ ਗਵਰਨਮੈਂਟ ਔਰ ਪ੍ਰਾਈਵੇਟ ਡਿਫਾਈਨ ਨਹੀਂ ਕਰਦੇ। ਤੁਸੀਂ ਦੇਖਿਆ ਹੋਊਗਾ ਕਿ ਕਿਊਬੈਕ ਦੇ ਵਿੱਚ ਜਿਹੜੇ ਸਟੂਡੈਂਟਸ ਅਪਲਾਈ ਕਰਦੇ ਨੇ ਉਹਦੇ ਵਿੱਚ ਪ੍ਰਾਈਵੇਟ ਇੰਸਟੀਟਿਊਸ਼ਨਸ ਦੇ ਵਿੱਚ ਵੀਜ਼ੇ ਆਉਂਦੇ ਸੀ। ਓਨਟਾਰੀਓ ਦੇ ਵਿੱਚ ਸਟੂਡੈਂਟ ਅਪਲਾਈ ਕਰਦੇ ਨੇ, BC 'ਚ ਕਰਦੇ ਨੇ, ਗਵਰਨਮੈਂਟ ਫੰਡਡ ਕਾਲਜਿਸ 'ਚ ਕਰਦੇ ਨੇ, ਉੱਥੇ ਰਿਫਿਊਜ਼ਲ ਵੀ ਹੁੰਦੇ ਹੈ। ਸੋ ਫਸਟ ਆਫ ਆਲ ਅਗਰ ਮੈਂ ਵੀਜ਼ਾ ਦੀ ਗੱਲ ਕਰਾਂ ਉਹ ਪ੍ਰਾਈਵੇਟ ਔਰ ਗਵਰਨਮੈਂਟ ਦੇ ਨਾਲ ਐਸੋਸੀਏਟਡ ਨਹੀਂ ਹੈ, ਉਹ ਐਸੋਸੀਏਟਡ ਹੈ ਕੰਪਲੀਟ ਪ੍ਰੋਫਾਈਲ ਔਰ ਉਹਦੀ ਕੰਪੈਟੇਬਿਲਿਟੀ ਦੇ ਨਾਲ। ਡਿਫਰੈਂਸ ਕਿੱਥੇ ਹੁੰਦਾ ਹੈ? ਅਨਡਾਊਟਡਲੀ ਕੁਝ ਪ੍ਰਾਈਵੇਟ ਇੰਸਟੀਟਿਊਸ਼ਨਸ ਜਿੱਥੇ ਪ੍ਰੋਗਰਾਮਸ ਬਿਲਕੁਲ ਜੈਨਰਿਕ ਮਿਲਣਗੇ ਉੱਥੇ ਫੀਸ ਸਟਰਕਚਰ ਘੱਟ ਆਊਗਾ। ਜਿੱਥੇ ਗਵਰਨਮੈਂਟ ਫੰਡਡ ਕਾਲਜਿਸ 'ਚ ਤੁਸੀਂ ਸਪੈਸੀਫਿਕ ਔਰ ਸਪੈਸ਼ਲਾਈਜ਼ਡ ਪ੍ਰੋਗਰਾਮ ਲਓਗੇ, ਪ੍ਰੈਕਟੀਕਲ ਓਰੀਐਂਟਡ ਪ੍ਰੋਗਰਾਮ ਲਓਗੇ, ਉੱਥੇ ਜਿੰਨਾ ਇਨਪੁਟ ਜਾਂ ਜਿੰਨਾ ਵੀ ਇਨਫਰਾ ਇੰਸਟੀਟਿਊਸ਼ਨ ਦਾ ਯੂਜ਼ ਹੋਏਗਾ ਉਸ ਪ੍ਰੋਗਰਾਮ ਦੀ ਕਾਸਟ ਉਨੀ ਜ਼ਿਆਦਾ ਹੋਏਗੀ। ਬਿਜ਼ਨਸ ਪ੍ਰੋਗਰਾਮਸ ਦੀ ਕਾਸਟ ਘੱਟ ਹੋਏਗੀ, ਲੈਬੋਰਟਰੀ ਰਿਲੇਟਡ ਪ੍ਰੋਗਰਾਮਸ, ਪ੍ਰੈਕਟੀਕਲ ਮਤਲਬ ਗਵਰਨਮੈਂਟ 'ਚ ਵੀ ਇਕਨੋਮਿਕਲ ਕੋਰਸਿਸ ਬਿਲਕੁਲ ਗਵਰਨਮੈਂਟ ਦੇ ਵਿੱਚ ਵੀ ਇਕਨੋਮਿਕਲ ਕੋਰਸਿਸ ਡਿਪੈਂਡ ਹੈ ਤੁਹਾਡੇ ਪ੍ਰੋਗਰਾਮ ਦਾ ਸਟਰਕਚਰ ਕੀ ਹੈ। ਸੋ ਫਸਟ ਆਫ ਆਲ ਫੀਸ ਸਟਰਕਚਰ ਨੂੰ ਲੈ ਕੇ ਸਟੂਡੈਂਟ ਇਸ ਕਰਕੇ ਚੱਲਦੇ ਆ ਕਿ ਚਲੋ ਪ੍ਰਾਈਵੇਟ 'ਚ ਥੋੜਾ ਫੀਸ ਘੱਟ ਹੈ, ਬਟ ਉੱਥੇ ਦੀਪਕ ਜੀ ਪ੍ਰਾਈਵੇਟ ਦੇ ਵਿੱਚ ਫਿਰ ਰਿਫਿਊਜ਼ਲ ਨੂੰ ਜਦੋਂ ਆਪਾਂ ਦੇਖਦੇ ਹਾਂ ਤੇ ਪ੍ਰੋਗਰਾਮ ਜੈਨਰਿਕ ਨੇ, ਨੌਨ ਟ੍ਰੇਡ ਪ੍ਰੋਗਰਾਮ ਨੇ। ਗਵਰਨਮੈਂਟ ਦੇ ਵਿੱਚ ਫੀਸ ਵੱਧ ਹੈ ਬਟ ਉੱਥੇ ਤੁਹਾਡੇ ਪ੍ਰੋਗਰਾਮ ਸਪੈਸ਼ਲਾਈਜ਼ਡ ਨੇ ਤੇ ਵੀਜ਼ਾ ਸਕਸੈਸ ਤੁਹਾਨੂੰ ਉੱਥੇ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਕੁਝ ਯੂਨੀਵਰਸਿਟੀਜ਼ ਨੇ, ਪ੍ਰਾਈਵੇਟ ਆਰਗੇਨਾਈਜੇਸ਼ਨਸ ਨੇ, ਉਹਦੇ ਵਿੱਚ ਫਿਰ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਸਟੂਡੈਂਟਸ MBA ਪ੍ਰੋਗਰਾਮਸ ਵੀ ਅਪਲਾਈ ਕਰਦੇ ਨੇ, ਐਸੋਸੀਏਟ ਪ੍ਰੋਗਰਾਮਸ ਅੰਡਰ ਗ੍ਰੈਜੂਏਟ ਦੇ ਵੀ ਅਪਲਾਈ ਕਰਦੇ। ਸੋ ਵੀਜ਼ਾ ਉੱਥੇ ਵੀ ਆਉਂਦਾ ਹੈ, ਵੀਜ਼ਾ ਉੱਥੇ ਰਿਫਿਊਜ਼ ਵੀ ਹੁੰਦਾ ਹੈ। ਸੋ ਫਸਟ ਆਫ ਆਲ ਡਿਪੈਂਡ ਇਹ ਕਰਦਾ ਹੈ ਕਿ ਫੀਸ ਸਟਰਕਚਰਸ ਫਿਊਚਰ ਪ੍ਰੋਸਪੈਕਟਸ ਤੋਂ ਪਹਿਲਾਂ ਇੰਪੋਰਟੈਂਸ ਰੱਖਦਾ ਕਿ ਤੁਸੀਂ ਜਿਸ ਪ੍ਰੋਗਰਾਮ 'ਚ ਜਾ ਰਹੇ ਹੋ ਉਹਦੇ ਫਿਊਚਰ ਪ੍ਰੋਸਪੈਕਟਸ ਕੀ ਹੈ। ਕਈ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ, ਉਹਨਾਂ ਦੇ ਵਿੱਚ ਕੁਝ ਪ੍ਰੋਗਰਾਮ ਨੇ ਜਿਨ੍ਹਾਂ ਦੇ ਉੱਤੇ ਪੋਸਟ ਸਟੱਡੀ ਵਰਕ ਪਰਮਿਟ ਅਵੇਲੇਬਲ ਹੈ ਔਰ ਕੁਝ ਪ੍ਰੋਗਰਾਮ ਇੱਦਾਂ ਦੇ ਨੇ ਜਿਨ੍ਹਾਂ 'ਚ PSW ਅਵੇਲੇਬਲ ਨਹੀਂ ਹੈਗਾ। ਸੋ ਪ੍ਰਾਈਵੇਟ ਔਰ ਕਾਲਜ ਔਰ ਗਵਰਨਮੈਂਟ ਕਾਲਜ ਨੂੰ ਸਿਲੈਕਟ ਕਰਨ ਲੱਗਿਆ ਪ੍ਰੋਗਰਾਮ ਦੇਖੋ ਜਿਹਦੇ ਉੱਤੇ PSW ਅਵੇਲੇਬਲ ਹੈ। ਸੈਕੰਡਲੀ ਪ੍ਰੋਗਰਾਮ ਸਿਲੈਕਸ਼ਨ ਆਪਣੇ ਟ੍ਰੇਡ ਦੇ ਓਰੀਐਂਟਡ ਕਰੋ ਔਰ ਇੱਕ ਸਪੈਸੀਫਿਕ ਔਰ ਸਪੈਸ਼ਲਾਈਜ਼ਡ ਪ੍ਰੋਗਰਾਮ ਲਓ ਅਗਰ ਤੁਸੀਂ ਵੀਜ਼ਾ ਚਾਹੁੰਦੇ ਹੋ। ਫੀਸ ਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਕਿਉਂਕਿ ਫਸਟ ਆਫ ਆਲ ਹਰ ਇੱਕ ਬੰਦੇ ਨੂੰ ਰਿਕੁਆਇਰਮੈਂਟ ਹੈ ਵੀਜ਼ਾ ਦੀ। ਦੀਪਕ ਜੀ ਬਾਅਦ ਵਿੱਚ ਵੀ ਤਾਂ ਤੁਸੀਂ ਵੀ ਦੇਖਦੇ ਹੋਗੇ, ਤੁਸੀਂ ਵੀ ਅਲੱਗ-ਅਲੱਗ ਕੰਸਲਟੈਂਟਸ ਦੇ ਨਾਲ ਮਿਲਦੇ ਹੋ ਕਿ ਪਹਿਲਾਂ ਸਟੂਡੈਂਟ $9,000 ਵਾਲੇ 'ਚ ਅਪਲਾਈ ਕਰਦਾ ਹੈ, ਰਿਫਿਊਜ਼ਲ ਆਉਂਦੀ ਹੈ, ਫਿਰ ਉਹੀ ਸਟੂਡੈਂਟ $18,000 ਵਾਲੇ 'ਚ ਵੀ ਸਟੂਡੈਂਟ ਅਪਲਾਈ ਕਰਦਾ ਹੈ, ਫਿਰ ਉਹ ਕਹਿੰਦਾ ਹੁਣ ਮੈਨੂੰ ਫੀਸ ਨਾਲ ਮਤਲਬ ਨਹੀਂ। ਸੋ ਇਹ ਚੋਇਸ ਪਹਿਲਾਂ ਹੋਣੀ ਚਾਹੀਦੀ ਹੈ। ਪ੍ਰੋਗਰਾਮ ਸਿਲੈਕਸ਼ਨ ਬਹੁਤ ਇੰਪੋਰਟੈਂਟ ਹੈ। ਸੋ ਮਤਲਬ ਪ੍ਰਾਈਵੇਟ ਤੇ ਸਰਕਾਰੀ ਦੇ ਵਿੱਚ ਜੇ ਚੂਜ਼ ਕਰਨਾ ਹੋਵੇ ਤਾਂ ਇੱਕ ਸਿੰਪਲ ਕ੍ਰਾਈਟੇਰੀਆ ਨਹੀਂ, ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਫੇਰ ਦੱਸਿਆ ਜਾ ਸਕਦਾ। ਦੇਖੋ ਦੀਪਕ ਜੀ, ਪ੍ਰਾਈਵੇਟ ਕਾਲਜ ਔਰ ਗਵਰਨਮੈਂਟ ਕਾਲਜ ਚੋਂ ਸਿਲੈਕਟ ਕਰਨ ਲੱਗਿਆ ਮੇਰਾ ਤਾਂ ਇੱਕੋ ਕੰਸਰਨ ਰਹਿੰਦਾ ਹੈ ਕਿ ਤੁਹਾਡੇ ਪ੍ਰੀਵੀਅਸ ਅਕੈਡਮਿਕਸ ਦੇ ਅਕੋਰਡਿੰਗਲੀ ਅਗਰ ਸੂਟੇਬਲ ਪ੍ਰੋਗਰਾਮ ਉਸ ਕਾਲਜ ਦੇ ਵਿੱਚ ਅਵੇਲੇਬਲ ਹੈ, ਫਿਰ ਚਾਹੇ ਤੁਸੀਂ ਪ੍ਰਾਈਵੇਟ ਆਰਗੇਨਾਈਜੇਸ਼ਨ 'ਚ ਜਾ ਰਹੇ ਹੋ, ਚਾਹੇ ਤੁਸੀਂ ਏਡਡ ਆਰਗੇਨਾਈਜੇਸ਼ਨ ਜਿਹੜੀ ਗਵਰਨਮੈਂਟ ਫੰਡਡ ਆਰਗੇਨਾਈਜੇਸ਼ਨ ਹੈ ਉਹਦੇ 'ਚ ਜਾ ਰਹੇ ਹੋ, ਤੇ ਦੈਟ ਡਜ਼ ਨਾਟ ਗੋਇੰਗ ਟੂ ਮੇਕ ਅ ਬਿਗ ਡਿਫਰੈਂਸ। ਇੰਪੋਰਟੈਂਟ ਹੈ ਪ੍ਰੋਗਰਾਮ ਦੀ ਸਿਲੈਕਸ਼ਨ। ਸੋ ਸਟੂਡੈਂਟਸ, ਬੜੇ ਇੰਪੋਰਟੈਂਟ ਸਬਜੈਕਟ ਇਸੇ ਤਰੀਕੇ ਦੇ ਜਿਹਦੇ 'ਚ ਡਿਸੀਜਨ ਲੈਣ ਲੱਗੇ ਐਕਸਪਰਟ ਦੀ ਸਲਾਹ ਦੀ ਜ਼ਰੂਰਤ ਹੁੰਦੀ ਹੈ, ਅਸੀਂ ਤੁਹਾਡੇ ਤੱਕ ਲਗਾਤਾਰ ਲੈ ਕੇ ਆਉਂਦੇ ਰਹਿੰਦੇ ਹਾਂ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ।
ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।